ਇਸ ਵੇਲੇ ਕੈਨੇਡਾ ਦੀ ਮੀਡੀਆ ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਵਾਲੇ ਛਾਏ ਹੋਏ ਨੇ। ਕੈਨੇਡਾ ਦੇ ਐਲਬਰਟਾ, ਸਸਕੈਚੁਅਨ, ਮੈਨੀਟੋਬਾ ਅਤੇ ਓਨਟਾਰੀਓ ਦੇ ਨਾਲ-ਨਾਲ ਬਾਕੀ ਸੂਬਿਆਂ ਤੋਂ ਵੀ ਸਿੱਖ ਮੋਟਰਸਾਈਕਲ ਕਲੱਬ ਨੇ ਹੱਥ ਮਿਲਾਏ ਨੇ ਅਤੇ ਕੈਨੇਡਾ ਵਿੱਚ ਇਨਸੂਲਿਨ ਦੀ ਖੋਜ ਤੇ 100 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਅਤੇ ਡਾਇਬੀਟੀਜ਼ ਦੇ ਪ੍ਰਤੀ ਅਵੇਅਰਨੈਸ ਕ੍ਰੀਏਟ ਕਰਨ ਦੇ ਲਈ ਇਹਨਾਂ ਦੇ ਵੱਲੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਟੀਚਾ ਰੱਖਿਆ ਗਿਆ ਸੀ ਘੱਟੋ-ਘੱਟ $1 ਲੱਖ ਇਕੱਠੇ ਕਰਕੇ ਡਾਇਬੀਟੀਜ਼ ਕੈਨੇਡਾ ਨੂੰ ਦੇਣ ਦਾ। ਰਾਈਡ ਫॉर ਰਾਜਾ ਵੱਲੋਂ ਸਿੱਖ ਰਾਈਡਰਸ ਦਾ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਇਹ ਰੈਲੀ ਵੈਨਕੂਵਰ ਤੋਂ ਸ਼ੁਰੂ ਹੋ ਕੇ ਓਨਟਾਰੀਓ ਦੀ ਧਰਤੀ ਤੇ ਪਹੁੰਚੀ। ਦ ਲੈਜੈਂਡਰੀ ਸਿੱਖ ਰਾਈਡਰਸ ਦੇ ਵੱਲੋਂ ਮੇਕ ਅ ਵਿਸ਼ ਸੰਸਥਾ ਲਈ ਫੰਡ ਇਕੱਠਾ ਕਰਨ ਲਈ ਇਹ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਔਰੇਂਜਵਿਲ ਪੁੱਜਣ ਤੇ ਇਸ ਰੈਲੀ ਦਾ ਸਵਾਗਤ ਓਨਟਾਰੀਓ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਦੇ ਰਾਈਡ ਫॉर ਰਾਜਾ ਫਾਊਂਡੇਸ਼ਨਸ ਦੇ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਰਾਈਡ ਫॉर ਰਾਜਾ ਵੱਲੋਂ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ। ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਇਸ ਮੌਕੇ ਤੇ ਸਿੱਖ ਮੋਟਰਸਾਈਕਲ ਕਲੱਬ ਦਾ ਖਾਸ ਧੰਨਵਾਦ ਕੀਤਾ ਗਿਆ। ਦੱਸ ਦਈਏ ਕਿ ਸ਼ਨੀਵਾਰ ਨੂੰ ਵੀ ਓਨਟਾਰੀਓ ਵਿੱਚ ਰਾਈਡ ਫॉर ਕਾਜ਼ ਹੇਠ ਓਨਟਾਰੀਓ ਦੇ ਔਟਵਾ, ਸਾਊਥ ਵੈਸਟਰਨ ਓਨਟਾਰੀਓ ਅਤੇ GTA ਤੋਂ ਰਾਈਡਰਸ ਨੇ ਹਿੱਸਾ ਲਿਆ। ਇਸ ਆਯੋਜਨ ਦਾ ਮੁੱਖ ਮਕਸਦ ਲੋਕਾਂ ਵਿੱਚ ਡਾਇਬੀਟੀਜ਼ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਦੇਸ਼ ਵਿੱਚ ਵੱਧ ਰਹੇ ਇਸ ਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਇਸ ਦੇ ਇਲਾਜ ਲੱਭਣ ਵਿੱਚ ਮਦਦ ਲਈ ਪੈਸਾ ਇਕੱਠਾ ਕਰਨਾ ਸੀ। ਬੈਂਟਿੰਗ ਹਾਊਸ ਨੈਸ਼ਨਲ ਹਿਸਟੋਰਿਕ ਸਾਈਟ ਦੇ ਕਿਊਰੇਟਰ ਗ੍ਰੈਂਟ ਮਾਲਟਮੈਨ ਦਾ ਕਹਿਣਾ ਸੀ ਕਿ ਕੈਨੇਡਾ ਵਿੱਚ ਹਰ ਸਾਲ 11 ਮਿਲੀਅਨ ਲੋਕ ਡਾਇਬੀਟੀਜ਼ ਜਾਂ ਪ੍ਰੀ ਡਾਇਬੀਟੀਜ਼ ਦੇ ਨਾਲ ਪੀੜਿਤ ਨੇ। ਕੈਨੇਡਾ ਵਿੱਚ ਹਰ ਤੀਸਰਾ ਵਿਅਕਤੀ ਇਸ ਵੇਲੇ ਡਾਇਬੀਟੀਜ਼ ਦਾ ਸ਼ਿਕਾਰ ਹੈ। ਇਸ ਮੌਕੇ ਤੇ MPP ਸੋਨੀਆ ਸਿੱਧੂ, ਮੇਅਰ ਪੈਟਰਿਕ ਬਰਾਊਨ, MPP ਸਾਰਾ ਸਿੰਘ, ਗੁਰਰਤਨ ਸਿੰਘ, ਓਨਟਾਰੀਓ ਸੂਬੇ ਦੇ ਕੈਬਨਿਟ ਮੰਤਰੀ ਪਰਮ ਗਿੱਲ, ਕੌਂਸਲਰ ਹਰਕੀਰਤ ਸਿੰਘ ਨੇ ਖਾਸ ਤੌਰ ਤੇ ਸਿੱਖ ਮੋਟਰਸਾਈਕਲ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਬਿਲਕੁਲ ਜੀ, ਲੈਜੈਂਡਰੀ ਸਿੱਖ ਰਾਈਡਰਸ BC ਤੋਂ ਇੱਥੇ ਆਏ ਆ ਤੇ ਬਹੁਤ ਹੀ ਇੱਕ ਵਧੀਆ ਸੰਸਥਾ ਮੇਕ ਅ ਵਿਸ਼ ਵਾਸਤੇ ਜਿਹੜੀ ਫੰਡ ਰੇਜ਼ਿੰਗ ਕਰ ਰਹੇ ਆ। ਇਟਸ ਐਨ ਐਕਸਲੈਂਟ ਇਨੀਸ਼ੀਏਟਿਵ। ਉਸ ਦੇ ਨਾਲ ਜਿਹੜੇ ਸਿੱਖ ਮੋਟਰਸਾਈਕਲ ਕਲੱਬ ਜਿਹੜੀ ਇੱਥੇ ਆਪਣੀ ਓਨਟਾਰੀਓ ਦੀ ਹੈ ਉਹ ਵੀ ਉਹਨਾਂ ਦੇ ਨਾਲ ਹੈ ਤੇ ਅਸੀਂ ਸਾਰੇ ਅੱਜ ਇੱਥੇ ਨਵਦੀਪ ਗਿੱਲ ਜੀ ਦੇ ਘਰ ਦੇ ਵਿੱਚ ਔਰੇਂਜਵਿਲ ਦੇ ਵਿੱਚ ਇਕੱਠੇ ਹੋਏ। ਇਟਸ ਐਬਸੋਲੂਟਲੀ ਇਨਕ੍ਰੈਡੀਬਲ ਟੂ ਸੀ ਆਲ ਦਿਸ ਸਪੋਰਟ। ਅਸੀਂ ਬਹੁਤ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਹਿਣਾ ਚਾਹੁੰਦੇ ਹਾਂ। ਲੈਜੈਂਡਰੀ ਸਿੱਖ ਰਾਈਡਰਸ ਨੂੰ ਥੈਂਕ ਯੂ ਵੀ ਕਹਿਣਾ ਚਾਹੁੰਦੇ ਹਾਂ ਕਿ ਇਸ ਮੌਕਾ ਇਹਨਾਂ ਨੇ ਕਮਿਊਨਿਟੀ ਦਾ ਅਵੇਅਰਨੈਸ ਕਰਦੇ ਆ। ਇਹ ਮੇਕ ਅ ਵਿਸ਼ ਦਾ ਫਾਊਂਡੇਸ਼ਨ ਵਾਸਤੇ ਫੰਡ ਰੇਜ਼ਿੰਗ ਕਰਦੇ ਆ ਐਂਡ ਸਾਡੀ ਇੰਡੀਜਨਸ ਕਮਿਊਨਿਟੀ ਦੀ ਇਸ਼ੂਜ਼ ਵੀ ਰੇਜ਼ ਕਰਦੇ ਆ। ਸੋ ਕਿ ਉਹ ਇੰਨਾ ਵਧੀਆ ਸੇਵਾ ਕਰ ਰਿਹਾ ਸਾਡੇ ਸਾਰੇ ਦੇਸ਼ ਦੇ ਲਈ। ਉਹ ਵੈਨਕੂਵਰ ਤੋਂ ਸ਼ੁਰੂ ਕਰਕੇ ਵੈਨਕੂਵਰ ਆਇਲੈਂਡ ਤੋਂ ਸ਼ੁਰੂ ਕਰਕੇ ਹੁਣ ਆਂਟੇਰੀਓ ਦੇ ਵਿੱਚ ਪਹੁੰਚੇ ਹੋਏ ਹਨ ਤੇ ਮਾਣ ਵਾਲੀ ਗੱਲ ਹੈ ਕਿ ਉਹ ਹੁਣ ਪੈਸੇ ਮਾਇਆ ਸੇਵਾ ਹੁਣ ਇਕੱਠੇ ਕਰ ਰਹੇ ਨੇ ਮੇਕ ਅ ਵਿਸ਼ ਫਾਊਂਡੇਸ਼ਨ ਵਾਸਤੇ। ਬਹੁਤ ਵਧੀਆ ਗਰੁੱਪ ਹੈ ਤੇ ਇਹ ਅਸੀਂ ਕਹਿ ਸਕਦੇ ਦਿਸ ਇਜ਼ ਦੀ ਐਪੀਟਮੀ ਆਫ ਸੇਵਾ, selfless service and commitment to the community. So ਇੱਕ ਹੋਰ ਵਾਰੀ ਮੈਂ ਸਾਰੇ ਸਿੱਖ ਲੈਜੈਂਡਰੀ ਰਾਈਡਰਸ ਨੂੰ ਇੱਕ ਹੋਰ ਵਾਰੀ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਓਕੇ, ਆਪਾਂ ਇੱਥੇ ਆਏ ਹਾਂ ਇਨ ਔਰੇਂਜਵਿਲ, ਲੈਜੈਂਡਰੀ ਸਿੱਖ ਮੋਟਰਸਾਈਕਲ ਕਲੱਬ ਦੇ ਇੱਥੇ ਪਹੁੰਚੇ ਆ all the way from BC ਤੇ ਰੇਜ਼ ਅਵੇਅਰਨੈਸ ਕਰਦੇ ਫॉर ਮੇਕ ਅ ਵਿਸ਼ ਫਾਊਂਡੇਸ਼ਨ। ਸੋ ਬਹੁਤ ਵਧੀਆ ਸੇਵਾ ਕਰ ਰਹੇ ਆ ਸਾਡੇ ਮੋਟਰਸਾਈਕਲ ਭਰਾ ਭੈਣ ਐਂਡ ਆਪਾਂ ਆਸ ਰੱਖਦੇ ਆ ਇੱਦਾਂ ਹੀ ਸੇਵਾ ਕਰਦੇ ਰਹੋਗੇ, ਸਪੈਸ਼ਲੀ ਸਾਡੇ ਲੋਕਲ ਕਲੱਬਸ। ਦੱਸ ਦਈਏ ਕਿ ਇਹ ਰਾਈਡ ਸਵੇਰੇ 11 ਵਜੇ ਬ੍ਰੈਂਪਟਨ ਤੋਂ ਸ਼ੁਰੂ ਹੋਈ ਅਤੇ ਲੰਡਨ ਦੇ ਬੈਂਟਿੰਗ ਹਾਊਸ ਨੈਸ਼ਨਲ ਹਿਸਟੋਰਿਕ ਸਾਈਟ ਵਿਖੇ ਜਾ ਕੇ ਖਤਮ ਹੋਈ, ਜਿੱਥੇ ਕਿ 100 ਸਾਲ ਪਹਿਲਾਂ ਇਨਸੂਲਿਨ ਦੀ ਖੋਜ ਹੋਈ ਸੀ। ਸਿੱਖ ਮੋਟਰਸਾਈਕਲ ਕਲੱਬ ਦੇ ਬੁਲਾਰੇ ਜਗਦੀਪ ਸਿੰਘ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਪਤਾ ਲੱਗਿਆ ਕਿ ਇਨਸੂਲਿਨ ਦੀ ਖੋਜ ਤੇ 100 ਸਾਲ ਹੋਣ ਲੱਗੇ ਨੇ ਤਾਂ ਅਸੀਂ ਇਸ ਨੂੰ ਦੁਨੀਆ ਨਾਲ ਸਾਂਝਾ ਕਰਨਾ ਚਾਹੁੰਦੇ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸਾਨੂੰ ਇੱਕ ਵਾਰ ਫਿਰ ਤੋਂ ਸ਼ੂਗਰ ਦੇ ਰੋਗੀਆਂ ਲਈ ਮਦਦ ਲਈ ਅਤੇ ਇਸ ਦੇ ਇਲਾਜ ਵਿੱਚ ਖੋਜ ਵਿੱਚ ਮੁੜ ਤੋਂ ਇੱਕ ਵਾਰ ਮੋਹਰੀ ਭੂਮਿਕਾ ਅਦਾ ਕਰਨ ਦੀ ਲੋੜ ਹੈ। ਇਸ ਮੌਕੇ ਤੇ ਗਰੁੱਪ ਦੇ ਮੈਂਬਰਾਂ ਵੱਲੋਂ ਸਪੀਚਾਂ ਦਿੱਤੀਆਂ ਗਈਆਂ, ਫੋਟੋਆਂ ਖਿਚਵਾਈਆਂ ਗਈਆਂ, ਸ਼ੂਗਰ ਫ੍ਰੀ ਕੇਕ ਵੰਡੇ ਗਏ ਅਤੇ ਡਾਇਬੀਟੀਜ਼ ਕੈਨੇਡਾ ਨੂੰ ਕੈਨੇਡਾ ਦੇ ਸਮੂਹ ਸਿੱਖ ਮੋਟਰਸਾਈਕਲ ਕਲੱਬ ਦੇ ਸਹਿਯੋਗ ਨਾਲ ਇਕੱਠਾ ਹੋਇਆ $113,000 ਦਾ ਚੈੱਕ ਸੌਂਪਿਆ ਗਿਆ। ਸ਼ੂਗਰ ਦੇ ਰੋਗ ਨਾਲ ਲੜ ਰਹੀ 13 ਸਾਲ ਦੀ ਬ੍ਰੌਨਿਨ ਕੇਰ ਮਹਿਜ਼ 4 ਸਾਲ ਦੀ ਉਮਰ ਵਿੱਚ ਹੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ। ਉਸ ਦਾ ਕਹਿਣਾ ਸੀ ਕਿ ਪਹਿਲ ਤਾਂ ਹਰ ਰੋਜ਼ ਸੂਈਆਂ ਚੁੱਭਣੀਆਂ ਬਹੁਤ ਔਖੀਆਂ ਲੱਗਦੀਆਂ ਸੀ, ਪਰ ਹੁਣ ਹਰ ਰੋਜ਼ ਇਸ ਗੱਲ ਦਾ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਜ਼ਿਆਦਾ ਕਾਰਬੋਹਾਈਡਰੇਟਸ ਨਾ ਖਾਧੀਆਂ ਜਾਣ। ਉਸਨੇ ਕਿਹਾ ਹੈ ਕਿ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਡਾਇਬੀਟੀਜ਼ ਦੀ ਦਵਾਈ ਦੀ ਖੋਜ ਵਿੱਚ ਕਿਸੇ ਤਰ੍ਹਾਂ ਨਾਲ ਕੋਈ ਅੜਿੱਕਾ ਨਾ ਆਵੇ। ਉਹਨਾਂ ਦੇ ਇਸ ਕਦਮ ਨੇ ਉਸ ਦਾ ਦਿਲ ਛੂਹਿਆ ਅਤੇ ਉਸਨੇ ਉਮੀਦ ਜਤਾਈ ਹੈ ਕਿ ਜਲਦ ਹੀ ਇਸ ਦਾ ਇਲਾਜ ਲੱਭ ਲਿਆ ਜਾਏਗਾ। ਦੱਸ ਦਈਏ ਕਿ ਇਸ ਵਕਤ ਜੰਗੀ ਪੱਧਰ ਉੱਤੇ ਕੈਨੇਡਾ ਵਿੱਚ ਡਾਇਬੀਟੀਜ਼ ਨੂੰ ਲੈ ਕੇ ਕੰਮ ਕੀਤੇ ਜਾ ਰਹੇ ਨੇ।
ਐਮਪੀ ਸੋਨੀਆ ਸਿੱਧੂ ਵੱਲੋਂ ਵੀ ਇੱਕ ਫਰੇਮਵਰਕ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ ਐਮਪੀ ਸੋਨੀਆ ਸਿੱਧੂ ਦੇ ਸਹਿਯੋਗ ਤੇ ਸਦਕਾ ਹੀ ਕੈਨੇਡਾ ਵਿੱਚ ਨਵੰਬਰ ਨੂੰ ਡਾਇਬੀਟੀਜ਼ ਅਵੇਅਰਨੈਸ ਮੰਥ ਦੇ ਵਜੋਂ ਮਨਾਇਆ ਜਾ ਰਿਹਾ ਹੈ। So at Make-A-Wish Canada, we grant wishes. We grant wishes to children with critical illnesses, and we create life-changing experiences for the child, the family, and the community at large. I'm very happy to see this group here, and I wish them all the best as they continue their travels across the country. And ਜਿਹਦੇ ਵਿੱਚ ਉਹ ਵੱਡੀਆਂ ਡਿਗਨਿਟੀਜ਼ ਨੂੰ ਰੋਲ ਮਾਡਲਸ ਨੂੰ ਨਾਸਾ ਵਰਗੀਆਂ ਸੰਸਥਾਵਾਂ ਤੇ ਜਾਣਾ ਚਾਹੁੰਦੇ ਨੇ ਉਹ ਬੱਚੇ, ਉਹਨਾਂ ਵਾਸਤੇ ਜੋ ਅੱਜ ਸਿੱਖ ਮੋਟਰਸਾਈਕਲ ਕਲੱਬ ਜੋ ਅੰਟਾਰੀਓ ਦੀ ਧਰਤੀ ਤੇ ਜੀ ਆਇਆਂ ਨੂੰ ਆਖਦਾ ਹੈ ਲੀਜੈਂਡਰੀ ਸਿੱਖ ਰਾਈਡਰਸ ਨੂੰ ਜੀ ਆਇਆਂ ਕਹਿੰਦੇ ਆ ਜੀ ਲੈਜੈਂਡਰੀ ਸਿੱਖ ਮੋਟਰਸਾਈਕਲ ਰਾਈਡਰਸ ਨੂੰ, ਜੋ ਕਿ ਵੈਨਕੂਵਰ ਤੋਂ 3000 ਮੀਲ ਤੋਂ ਦੂਰੋਂ ਚੱਲ ਕੇ ਇੱਥੇ ਸਾਡੇ ਸ਼ਹਿਰ ਟੋਰਾਂਟੋ ਵਿੱਚ ਆਏ ਨੇ, ਜੋ ਕਿ ਉਹਨਾਂ ਨਾਂ ਤੇ ਬਹੁਤ ਵਧੀਆ ਫਾਊਂਡੇਸ਼ਨ ਹੈ ਮੇਕ ਫॉर ਵਿਸ਼। ਸੋ ਆਪਾਂ ਸਾਰਿਆਂ ਨੂੰ ਕਮਿਊਨਿਟੀ ਨੂੰ ਵੱਧ ਤੋਂ ਵੱਧ ਰਾਈਡਰਸ ਦਾ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਸਾਨੂੰ ਵੱਧ ਤੋਂ ਵੱਧ ਇਹਨਾਂ ਲਈ ਫੰਡ ਰੇਜ਼ ਕਰਨਾ ਚਾਹੀਦਾ। ਤੇ ਮੈਂ ਕਮਿਊਨਿਟੀ ਨੂੰ ਇੱਕ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਇਵੈਂਟ ਦੀ ਤੇ ਰਾਈਡਰਸ ਦੀ ਸਪੋਰਟ ਕਰੋ ਜੀ। ਔਰੇਂਜਵਿਲ ਤੋਂ ਹਮਦਰਦ ਟੀਵੀ ਲਈ ਚਮਕੌਰ ਸਿੰਘ ਮੱਛੀਕੇ ਦੀ ਰਿਪੋਰਟ।